ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਹੁਣੇ ਕ੍ਰਿਕਟ ਦਾ ਖੁਮਾਰ ਹੈ ਜਿਹੜਾ ਉਹ ਭਾਰਤੀਆਂ ਦੇ ਨਾਲ ਦੁਨੀਆ ਦੇ ਵਿੱਚ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਗਲੋਂ ਲੈ ਗਿਆ। ਲੈਣ ਦਾ ਕਾਰਨ ਹੈ ਕਿ T20 ਜਿਹੜਾ ਕੱਪ ਸੀਗਾ ਉਹ ਖਤਮ ਹੋ ਚੁੱਕਿਆ ਤੇ ਇੰਗਲੈਂਡ ਆ ਜਿਹੜਾ ਇਸ ਕੱਪ ਦਾ ਵਿਜੇਤਾ ਰਿਹਾ। ਸੋ ਆਸਟ੍ਰੇਲੀਆ ਦੇ ਵਿੱਚ ਜਿਸ ਤਰੀਕੇ ਨਾਲ ਭਾਰਤ ਦਾ ਸੈਮੀਫਾਈਨਲ ਹੋਇਆ ਸੀ ਤਾਂ ਉਹ ਮੈਚ ਕਾਫੀ ਰੌਚਕ ਰਿਹਾ। ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਜ਼ਿਆਦਾ ਉਮੀਦਾਂ ਸਨ ਇਸ ਮੈਚ ਤੋਂ। ਸੋ ਇਸ ਮੈਚ ਦੇ ਨਾਲ ਸਿਆਸੀ ਗੱਲਾਂ ਵੀ ਕਰਾਂਗੇ। ਸੋ ਸਾਡੇ ਨਾਲ ਪੰਜਾਬੀ ਨਿਊਜ਼ਪੇਪਰ ਦੇ ਐਡੀਟਰ ਐਂਡ ਚੀਫ ਮਿੰਟੂ ਬਰਾੜ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਵੱਲੋਂ ਇਸ ਮੈਚ ਦਾ ਸਿੱਧਾ ਆਨੰਦ ਮਾਣਿਆ ਗਿਆ ਸਟੇਡੀਅਮ ਦੇ ਵਿੱਚ ਬੈਠ ਕੇ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਉਮੀਦ ਹੈ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਬਰਾੜ ਸਾਹਿਬ, ਕ੍ਰਿਕਟ ਦਾ ਆਨੰਦ ਤੁਸੀਂ ਮਤਲਬ ਆਪਣੀਆਂ ਅੱਖਾਂ ਰਾਹੀਂ ਸਿੱਧੇ ਸਟੇਡੀਅਮ 'ਚ ਬੈਠ ਕੇ ਆਨੰਦ ਮਾਣਿਆ। ਕਿੱਦਾਂ ਰਿਹਾ ਉਹ ਮੈਚ ਦੀ ਜੇ ਸਮੀਖਿਆ ਕਰਨੀ ਹੋਵੇ, ਥੋੜੇ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਜੀ? ਐਕਚੁਅਲੀ ਅਸਲ 'ਚ ਨਾ ਜਿਹੜੀ ਇਹ ਜੇ 2020 ਕੱਪ ਦੀ ਗੱਲ ਕਰੀਏ ਜਾਂ 2020 ਕ੍ਰਿਕਟ ਦੀ ਗੱਲ ਕਰੀਏ, ਇਹ ਤੇਜ਼ ਤਰਾਰ ਫਾਰਮੈਟ ਸਮੇਂ ਦੀ ਲੋੜ ਮੁਤਾਬਕ ਆਇਆ। ਪਹਿਲਾਂ ਟੈਸਟ ਦਾ ਬਹੁਤ ਵਧੀਆ ਆਨੰਦ ਆਉਂਦਾ ਹੁੰਦਾ ਸੀ, ਫਿਰ 60 ਆਏ, ਉਹਨਾਂ ਦਾ ਆਨੰਦ ਆਉਣ ਲੱਗ ਗਿਆ, ਫਿਰ 50 ਆ ਗਏ, ਉਹਨਾਂ ਦਾ ਆਨੰਦ ਆਉਣ ਲੱਗ ਗਿਆ, ਤੇ ਅਖੀਰ ਉਹਨਾਂ ਦੇ ਰੂਪ ਬਦਲਦੇ 2020 ਆ ਗਿਆ। ਹੁਣ 2020 ਨੂੰ ਮੈਂ ਅਸਲੀ ਕ੍ਰਿਕਟ ਹੀ ਨਹੀਂ ਮੰਨਦਾ। ਅਸਲੀ ਕ੍ਰਿਕਟ ਆ ਜਿਹੜੀ ਉਹ ਤਾਂ ਟੈਸਟ ਮੈਚ ਹੀ ਆ। ਜੇ ਤੁਸੀਂ ਦੇਖੋ ਵੀ ਪਲੇਅਰ ਦੇ ਵਿੱਚ ਕੀ ਦਮ ਆ, ਉਹ ਚ ਕਿੰਨੀ ਵਧੀਆ ਉਹਦੀ ਕੁਆਲਿਟੀ ਆ, ਉਹਦੀ ਸਟੈਮਿਨਾ, ਉਹਦਾ ਟਿਕਣ ਦੀ ਪਾਵਰ, ਉਹਦੀ ਸ਼ਾਟਸ ਦੀ ਵੈਰਾਈਟੀ, ਜਿਹੜੀਆਂ ਕਲਾਸੀਕਲ ਕਿੰਨਾ ਉਹ ਚੀਜ਼ਾਂ ਤਾਂ ਹੈਗੀਆਂ ਟੈਸਟ ਕ੍ਰਿਕਟ ਹੀ। ਉਦੋਂ ਬਾਅਦ ਵਨਡੇ ਦੇ ਵਿੱਚ ਵੀ ਫੇਰ ਵੀ ਚਲੋ ਪਲੇਅਰ ਨੂੰ 2-4-10 ਗੇਂਦਾਂ ਸੈਟਅਪ ਨੂੰ ਮਿਲ ਜਾਂਦੀਆਂ ਸੀ, ਤਾਂ ਉਹ ਵੀ ਫੇਰ ਵੀ ਕ੍ਰਿਕਟ ਦਾ ਉਹ ਹਜਮ ਹੋਣ ਵਾਲੀ ਗੱਲ ਸੀ। 2020 ਨੂੰ ਮੈਂ ਅਸਲ 'ਚ ਗੇਮ ਏਦਾਂ ਨਹੀਂ ਮੰਨਦਾ, ਮੈਂ ਉਹਨੂੰ ਮੰਨਦਾ ਮਨੋਰੰਜਨ ਇੱਕ, ਤੇ ਉਹ ਮਨੋਰੰਜਨ ਦਾ ਸਾਧਨ ਆ, ਤੇ ਉਸ ਦੇ ਵਿੱਚ ਸਾਡੇ ਲੋਕਾਂ ਨੂੰ ਸਮਝਣਾ ਪੈਣਾ, ਦਰਸ਼ਕਾਂ ਨੂੰ ਵੀ ਸਮਝਣਾ ਪੈਣਾ, ਤੇ ਉਸ ਤੋਂ ਪਹਿਲਾਂ ਚੈਨਕਰਤਾ ਨੂੰ ਸਮਝਣਾ ਪੈਣਾ। ਚੈਨਕਰਤਾ ਨੂੰ ਇਹ ਦੇਖਣਾ ਪੈਣਾ ਵੀ ਜਿਹੜੀ ਇਹ ਤਾਬੜ ਤੋੜ ਕ੍ਰਿਕਟ ਆ, ਉਹਦੇ ਵਿੱਚ ਨਾ ਤਾਂ ਤੁਸੀਂ ਕਿਸੇ ਦਾ ਰਿਕਾਰਡ ਦੇਖ ਕੇ ਲਿਆ ਸਕਦੇ ਹੋ ਪਿਛਲਾ। ਮੰਨ ਲਓ ਰੋਹਿਤ ਸ਼ਰਮੇ ਨੇ ਬਹੁਤ ਵੱਡੇ ਰਿਕਾਰਡ ਬਣਾਏ ਆ, ਮੰਨ ਲਓ ਵਿਰਾਟ ਕੋਹਲੀ ਦੇ ਰਿਕਾਰਡ ਆ, ਉਹ ਅੱਡ ਚੈਪਟਰ ਆ। ਆਪਾਂ ਨੂੰ ਦੇਖਣਾ ਇਹ ਪਊਗਾ ਵੀ ਇਸ ਟਾਈਮ ਉਹਦੀ ਗੇਂਦ ਦੇ ਉੱਤੇ ਕਿੰਨੀ ਕੁ ਪਕੜ ਆ ਤੇ ਕਿੰਨੀ ਕੁ ਤੇਜ਼ੀ ਨਾਲ ਉਹ ਰਨ ਬਣਾ ਸਕਦਾ, ਕਿੰਨੀ ਉਹਦੇ 'ਚ ਫੁਰਤੀ ਆ, ਕਿਉਂਕਿ ਪਲ ਸਹਾਈ ਆ। ਸੋ ਮੈਨੂੰ ਲੱਗਦਾ ਇਹ ਚੀਜ਼ ਸਾਰੀ ਦੁਨੀਆ ਜਦੋਂ ਸਮਝੂਗੀ, ਦੁਨੀਆ ਦੇ ਚੈਨਕਰਤਾ ਸਮਝਣਗੇ, ਤੇ ਜਿਹੜੀ 2020 ਕ੍ਰਿਕਟ ਆ ਉਹਦੇ 'ਚ ਹੋਰ ਨਿਖਾਰ ਆਊਗਾ। ਇਹ ਕੱਲੀ ਭਾਰਤ ਦੀ ਜਿਹੜਾ ਕ੍ਰਿਟਿਸਿਜ਼ਮ ਹੋ ਰਿਹਾ, ਭਾਰਤ ਦੇ ਚੈਨਕਰਤਿਆਂ ਦਾ ਹੋ ਰਿਹਾ ਜਾਂ ਟੀਮ ਦਾ ਹੋ ਰਿਹਾ ਸੈਮੀਫਾਈਨਲ ਹਾਰਨ ਤੋਂ ਬਾਅਦ, ਉਹ ਕੱਲੇ ਭਾਰਤ ਦਾ ਨਹੀਂ ਹੋ ਰਿਹਾ। ਉਹ ਸੇਮ ਚੀਜ਼ ਆਸਟ੍ਰੇਲੀਆ ਦੇ ਵਿੱਚ ਵੀ ਹੋ ਰਹੀ ਆ। ਹੁਣ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਟੀਮ ਸੀ ਉਹ ਸਾਰੀ ਦੀ ਸਾਰੀ ਪੁਰਾਣੀ ਤੇ ਪੂਰੇ ਖੁੰਡ ਬੰਦੇ ਜਿਹੜੇ ਉਹਨਾਂ 'ਚ ਚੁਣੇ ਗਏ ਸੀ, ਤੇ ਹਾਲਾਂਕਿ ਬਿਗ ਬੈਸ਼ ਦੇ ਵਿੱਚ ਨਵੇਂ ਨੌਜਵਾਨ ਮੁੰਡੇ ਇਹੋ ਜਿਹੇ ਪਏ ਆ ਜਿਹੜੇ ਤੂਫਾਨ ਦੀ ਤਰ੍ਹਾਂ ਚੱਲਦੇ ਆ। ਸੋ ਇਸ ਦੇ ਵਿੱਚ ਤਾਂ ਤੂਫਾਨ ਵਾਲੇ ਲੋਕ ਚਾਹੀਦੇ ਆ। ਜਿਹੜਾ ਬੰਦਾ ਪੂਰਨ ਰੂਪ 'ਚ ਫਾਰਮ 'ਚ ਆ, ਉਸ ਪਲੇਅਰ ਨੂੰ ਹੀ ਜਿਹੜਾ ਚੁਣਿਆ ਜਾਣਾ ਚਾਹੀਦਾ। ਦੂਜੀ ਰਹੀ ਉਸ ਦਿਨ ਦੇ ਮੈਚ ਦੀ ਗੱਲ, ਆਪਾਂ ਜਿਹੜਾ ਇਹਦਾ ਪੱਖ ਤਾਂ ਜਾਣ ਲਿਆ ਵੀ ਬਹੁਤ ਮਾੜਾ ਪੱਖ ਰਿਹਾ ਇੰਡੀਆ ਦੀ। ਜਿਹੜੀ ਪਹਿਲਾਂ ਬੈਟਿੰਗ ਵੀ ਉਨੀ ਵਧੀਆ ਨਹੀਂ ਰਹੀ, ਫਿਰ ਬੋਲਿੰਗ ਤਾਂ ਜਮਾ ਹੀ ਇੱਕ ਤਮਾਸ਼ਾ ਬਣ ਕੇ ਰਹਿ ਗਈ, ਵੀ ਕਿਤੇ ਤਾਂ ਕੋਈ ਆਸ ਦੀ ਕਿਰਨ ਨਹੀਂ ਸੀ। ਪਰ ਕਿਉਂ ਨਹੀਂ ਅਸੀਂ ਇਹਨੂੰ ਦੂਜੇ ਪੱਖ ਦੇਖਦੇ? ਦੂਜਾ ਪੱਖ ਇਹ ਆ ਵੀ ਜਿਹੜੀ ਇੰਗਲੈਂਡ ਦੀ ਉਸ ਦਿਨ ਬੈਟਿੰਗ ਸੀ ਨਾ, ਉਹ ਇੰਨੀ ਕਮਾਲ ਦੀ ਬੈਟਿੰਗ ਸੀ। ਮੈਂ ਬਹੁਤ ਸਾਲ ਪਹਿਲਾਂ ਇੱਕ ਡੇਵਿਡ ਗੋਵਰ ਦੇ ਬਾਰੇ 'ਚ ਇੱਕ ਲਿਖਿਆ ਆਰਟੀਕਲ ਪੜ੍ਹਿਆ, ਤੇ ਉਹਦੇ ਬਾਰੇ 'ਚ ਕਿਸੇ ਖੇਡ ਪੱਤਰਕਾਰ ਨੇ ਲਿਖਿਆ ਸੀ ਵੀ ਜੇ ਜੀ ਚਾਹ ਦਾ ਕੱਪ ਪੀਣਾ, ਜੇ ਉਹਦੇ ਲਈ ਬੈਟਿੰਗ ਕਰਨੀ ਆ। ਤੇ ਉਹ ਉਦਣ ਵੀ ਉਹ ਡੇਵਿਡ ਗੋਵਰ ਵਾਲੀ ਬੈਟਿੰਗ ਜਿਹੜੀ ਉਹਨਾਂ ਦੇ ਕੈਪਟਨ ਨੇ ਤੇ ਉਹਦੇ ਸਾਥੀ ਨੇ ਕੀਤੀ, ਜਿਵੇਂ ਚਾਹ ਪੀ ਕੇ ਆਨੰਦ ਲੈ ਰਹੇ ਹੁੰਦੇ ਨਾ ਤੇ ਗਲੀ ਕ੍ਰਿਕਟ ਦਾ, ਉਵੇਂ ਉਹਨਾਂ ਨੇ ਨਜ਼ਾਰਾ ਲੈ ਕੇ ਉਹ ਬੈਟਿੰਗ ਕੀਤੀ। ਤੇ ਕੋਈ ਇੱਕ ਸਿੰਗਲ ਪਲ ਆਇਆ ਨਹੀਂ ਮੈਚ 'ਚ ਮੇਰੇ ਉੱਤੇ 4 ਘੰਟਿਆਂ 'ਚ ਜਦੋਂ ਕਿਤੇ ਆਸ ਦੀ ਕਿਰਨ ਜਾਗੀ ਹੋਵੇ ਹੁਣ ਇੰਡੀਆ ਦਾ ਹੱਥ ਉੱਚਾ ਜਾਂ ਇੰਡੀਆ ਜਿੱਤ ਜੂਗਾ ਜਾਂ ਕਿਸੇ ਪਾਸੇ ਆ ਜੂਗਾ, ਖਾਸ ਕਰਕੇ ਦੂਜੀ ਇਨਿੰਗ ਦੇ ਵਿੱਚ। ਸੋ ਮਤਲਬ ਸਾਰਾ ਕੁਝ ਸਾਫ਼ ਹੀ ਸੀਗਾ, ਸਾਰਾ ਕੁਝ ਸਾਫ਼ ਹੀ ਸੀ ਵੀ ਜਿਹੜੀ ਗੇਮ ਆ ਉਹ ਭਾਰਤ ਦੇ ਹੱਥੋਂ ਨਿਕਲ ਚੁੱਕੀ ਆ, ਤੇ ਜਿਹੜਾ ਫਾਈਨਲ ਆ ਉਹ ਇੰਗਲੈਂਡ ਦੀ ਝੋਲੀ ਦੇ ਵਿੱਚ ਪੈ ਗਿਆ ਜੀ। ਪਰ ਜੇ ਹੁਣ ਤੁਸੀਂ ਦੇਖੀਏ, ਇੰਗਲੈਂਡ ਦੀ ਟੀਮ ਬਹੁਤ ਵਧੀਆ ਖੇਡੀ, ਬਹੁਤ ਵਧੀਆ ਉਹਨਾਂ ਦਾ ਮਿਸ਼ਰਣ ਸੀ। ਉਹਨਾਂ ਦੇ ਜਿਹੜੇ ਸਪਿਨਰਾਂ ਦਾ ਰੋਲ ਬੜਾ ਵੱਡਾ ਰਿਹਾ, ਫਾਸਟ ਬੋਲਰਾਂ ਦਾ ਰੋਲ ਆਪਦੀ ਥਾਂ ਤੇ ਵੱਡਾ ਰਿਹਾ,
ਤੇ ਪਰ ਦੂਜੇ ਪਾਸੇ ਜੇ ਆਪਾਂ ਹੁਣ ਪਾਕਿਸਤਾਨ ਦੀ ਜਿਹੜੀ ਪ੍ਰਵਿਰਤੀ ਦੇਖੀ ਹੈ ਨਾ ਜੁਝਾਰੂਪਨ ਦੀ, ਉਹ ਜੀ ਮੈਨੂੰ ਜ਼ਿਆਦਾ ਵਧੀਆ ਲੱਗੀ। ਪਾਕਿਸਤਾਨ ਦਾ ਸਕੋਰ ਵੀ ਭਾਰਤ ਨਾਲੋਂ 30 ਰਨਾਂ ਤੋਂ ਨੇੜੇ ਘੱਟ ਸੀਗਾ ਦੇਖੋ, ਤੇ ਉਹਨੇ ਜੀ ਫੇਰ ਵੀ ਫਾਈਟ ਕੀਤੀ। ਉਹਨਾਂ ਨੂੰ ਇੱਕ ਟਾਈਮ ਇਹੋ ਜਿਹਾ ਆਇਆ ਵੀ ਜਦੋਂ ਵਿਕਟ ਡਿੱਗਦੀ ਸੀ ਉਦੋਂ ਪਾਕਿਸਤਾਨ ਦੇ ਪਲੇਅਰਾਂ ਦੀ ਜਿਹੜੀ એનર્ਜੀ ਦੇਖਣ ਵਾਲੀ ਬਣਦੀ ਸੀ, ਤੇ ਉਦੋਂ ਲੱਗਦਾ ਸੀ ਵੀ ਹੁਣ ਇਹ ਖਾ ਜਾਣਗੇ, ਇਹਨਾਂ ਨੂੰ ਪੈ ਜਾਣਗੇ ਉੱਤੋਂ ਦੀ। ਉਹਨਾਂ ਦੀ ਜਿਹੜੀ ਤਰਾਸਦੀ ਮੈਂ ਮੰਨਦਾ ਉਹ ਇਹ ਹੋਈ ਆ ਵੀ ਮੌਕੇ ਤੇ ਜਿਹੜੀ ਅਫਰੀਦੀ ਸਨ, ਅਫਰੀਦੀ ਦੇ ਜਿਹੜਾ ਪੈਰ ਦੇ ਵਿੱਚ ਮੋਚ ਆਉਣ ਕਰਕੇ ਉਹਨਾਂ ਨੂੰ ਜਿਹੜਾ ਓਵਰ ਵਿਚਾਲੇ ਛੱਡਣਾ ਪਿਆ ਤੇ ਉਹ ਇਫਤਿਕਾਰ ਤੋਂ ਕਰਾਉਣਾ ਪਿਆ ਓਵਰ, ਉਹ ਉਹਨਾਂ ਦੇ ਜ਼ਰੂਰ ਨੈਗੇਟਿਵ ਚ ਗਿਆ ਤੇ ਨਹੀਂ ਲਾਸਟ ਓਵਰ ਤੱਕ ਮੈਚ ਖਿੱਚ ਕੇ ਲੈ ਗਏ ਸੀ ਥੋੜੇ ਜਿਹੇ ਸਕੋਰ ਨਾਲ। ਬਰਾੜ ਸਾਹਿਬ ਅੱਗੇ ਵਧਦੇ ਆ ਜੀ। ਪੰਜਾਬ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ। ਸੀਐਮ ਭਗਵੰਤ ਮਾਨ ਵੱਲੋਂ ਜਿਹੜੇ ਲਾਇਸੈਂਸ ਹੋਲਡਰ ਨੇ ਉਹਨਾਂ ਦੇ ਹਥਿਆਰਾਂ ਦੀ ਲਾਇਸੈਂਸ ਦੀ ਸਮੀਖਿਆ ਦੀ ਗੱਲ ਕਹੀ ਹੈ, ਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਨਜਾਇਜ਼ ਅਸਲਾ ਹੈ ਉਸ ਦੇ ਉੱਪਰ ਵੀ ਕੰਟਰੋਲ ਕੀਤਾ ਜਾਵੇ, ਨੱਥ ਪਾਈ ਜਾਵੇ। ਨਵੇਂ ਲਾਇਸੈਂਸ ਦੇਣ ਦੇ ਵੀ ਪਾਬੰਦੀ ਦੀ ਗੱਲ ਕੀਤੀ ਜਾ ਰਹੀ ਹੈ। ਕੀ ਦੇਖਦੇ ਹੋ ਕਿ ਪਿਛਲੇ ਦਿਨੀ ਜਿਹੜੀਆਂ ਕੁਝ ਘਟਨਾਵਾਂ ਵਾਪਰੀਆਂ ਨੇ, ਪਿਛਲੇ ਦਿਨੀ ਜਿਹੜੇ ਕਤਲ ਹੋਏ ਨੇ, ਇਹਨਾਂ ਨੂੰ ਲੈ ਕੇ ਸਾਰਾ ਕੁਝ ਕੀਤਾ ਗਿਆ ਕਿ ਕੁਝ ਮਾਹੌਲ ਕੁਝ ਬਦਲਣ ਵਾਸਤੇ ਜਿਹੜਾ ਇਹ ਸਾਰੇ ਜਿਹੜੇ ਫੈਸਲੇ ਆ ਲਏ ਜਾ ਰਹੇ ਨੇ? ਕਈ ਵਾਰੀ ਨਾ ਤੁਹਾਨੂੰ ਛੋਟੀ ਚੀਜ਼ ਰੋਕਣ ਲਈ ਵੱਡਾ ਕੰਮ ਕਰਨਾ ਪੈਂਦਾ ਹੁੰਦਾ, ਵੀ ਕੰਮ ਰੋਕਣਾ ਤਾਂ ਕਿਸੇ ਇੱਕ ਬੰਦੇ ਨੂੰ ਹੁੰਦਾ, ਤੇ ਫਿਰ ਤੁਹਾਨੂੰ ਕਾਨੂੰਨ ਉਹ ਵੱਡੇ ਪੱਧਰ ਤੇ ਲੈ ਕੇ ਆਉਣਾ ਪੈਂਦਾ। ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਮਰਤਪਾਲ ਹੋਰਾਂ ਦੇ ਲਹਿਰ ਚੱਲ ਰਹੀ ਆ, ਤੇ ਉਹਨਾਂ ਦੇ ਸਟੇਜਾਂ ਦੇ ਉੱਤੇ ਅਸਲਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਆ, ਤੁਸੀਂ ਦੇਖੀ ਹੋਣੀ ਆ ਵੀ ਚਾਹੇ ਉਹ ਸਾਰੇ ਲਾਇਸੈਂਸੀ ਬੰਦੇ ਆ ਕੇ ਖੜਦੇ ਆ, ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਹੁਣ ਗੌਰਮੈਂਟ ਨੂੰ ਰੜਕਣੀਆਂ ਸ਼ੁਰੂ ਹੋਈਆਂ। ਜਾਂ ਜੇ ਹੁਣ ਕਹੀਏ ਭਾਵੇਂ ਸੂਰੀ ਦਾ ਕਤਲ ਹੋਇਆ ਉਹ ਲਾਇਸੈਂਸੀ ਰਿਵਾਲਵਰ ਤੋਂ ਹੋਇਆ, ਪਰ ਉਹਦੇ ਲਈ ਉਹਨਾਂ ਨੂੰ ਹੁਣ ਸੋਚਣਾ ਬਣਨ ਲੱਗ ਗਿਆ ਵੀ ਹੁਣ ਕਿਵੇਂ ਕੀਤਾ ਜਾਵੇ, ਇਹਨੂੰ ਕੰਟਰੋਲ ਕਿਵੇਂ ਕੀਤਾ ਜਾਵੇ। ਜਿਹੜੇ ਯੰਗ ਏਜ ਦੇ ਵਿੱਚ ਨੌਜਵਾਨ ਮੁੰਡਿਆਂ ਨੇ ਲਾਇਸੈਂਸ ਬਣਾਏ ਆ, ਤੇ ਉਹਨਾਂ 'ਚ ਗਰਮੀ ਜ਼ਿਆਦੇ ਆ, ਹਜੇ ਜਿਹੜੀ ਉਹਦੀ ਥਿੰਕਿੰਗ ਪਾਵਰ ਹੁੰਦੀ ਆ, ਜਿਹੜੀ ਸੋਚਣ ਸ਼ਕਤੀ ਹੁੰਦੀ ਆ, ਉਹ ਉਹਨਾਂ ਲੈਵਲ ਤੇ ਨਹੀਂ ਹੈ। ਸੋ ਇਸ ਲਈ ਸਰਕਾਰ ਨੂੰ ਲੱਗਦਾ ਵੀ ਆਪਾਂ ਹੁਣ ਕੋਈ ਇਹੋ ਜਿਹਾ ਲੈ ਕੇ ਆਈਏ, ਆਰਡੀਨੈਂਸ ਜਾਰੀ ਕਰੀਏ ਜਿਹਦੇ ਨਾਲ ਕਿ ਅਸੀਂ ਅਸਲਿਆਂ ਦੇ ਉੱਤੇ ਕਾਬੂ ਪਾ ਸਕੀਏ। ਪਰ ਮੈਨੂੰ ਨਹੀਂ ਲੱਗਦਾ ਪਾ ਸਕਣਗੇ। ਨਜਾਇਜ਼ ਅਸਲਾ ਕੋਈ ਅੱਜ ਦੀ ਖੇਡ ਨਹੀਂ ਹੈ। ਨਜਾਇਜ਼ ਅਸਲਾ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ। ਬਹੁਤ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੋਈ ਕੱਟਾ ਕਹਿੰਦਾ, ਕੋਈ ਕੁਛ ਕਹਿੰਦਾ, ਏਦਾਂ ਕਰਕੇ ਨਾਂ ਦਿੱਤੇ ਹੁੰਦੇ ਸੀ। ਮੌਜਰਾਂ ਤੱਕ ਜਾਲੀ ਬਣੇ ਹੋਏ ਰਾਜਸਥਾਨ ਤੋਂ ਆਉਂਦੇ ਰਹਿੰਦੇ ਸੀ। ਸੋ ਉਹ ਚੀਜ਼ਾਂ ਦੇ ਉੱਤੇ ਸਰਕਾਰ ਕਾਬੂ ਨਹੀਂ ਪਾ ਸਕਦੀ। ਸਰਕਾਰ ਤਾਂ ਕਿ ਨਸ਼ਾ ਜਿਹੜਾ ਕਿ ਡੇਲੀ ਗਲੀਆਂ 'ਚ ਵਿਕਦਾ, ਜਿਹੜਾ ਸਰੇਆਮ ਵਿਕਦਾ ਗਲੀਆਂ 'ਚ, ਜਿਹ 'ਚ ਪਤਾ ਵੀ ਅੱਜ ਇੰਨੇ ਵਜੇ ਜਹਾਜ਼ ਇੱਥੇ ਉਤਰੂ, ਅੱਜ ਇੰਨੇ ਵਜੇ ਇੱਥੇ ਉਤਰੂ, ਕਿਵੇਂ ਕਿਵੇਂ ਲੋਕ ਆ ਕੇ ਵੰਡ ਕੇ ਜਾਂਦੇ ਆ, ਸਭ ਨੂੰ ਪਤਾ, ਸਾਰੇ ਪਿੰਡ ਨੂੰ ਪਤਾ ਹੁੰਦਾ, ਉਹਦੇ ਤੇ ਕਾਬੂ ਨਹੀਂ। ਨਜਾਇਜ਼ ਅਸਲਾ ਪੁਲਿਸ ਨੂੰ ਵੀ ਪਤਾ ਬਰਾੜ ਸਾਹਿਬ, ਪੁਲਿਸ ਨੂੰ ਸਾਰੀ ਜਾਣਕਾਰੀ ਹੁੰਦੀ ਆ ਵੀ ਕਿਹੜਾ ਤਸਕਰ ਕਿੱਥੋਂ ਸਮਗਲ ਕਰਕੇ ਤੇ ਕਿੱਥੇ ਜਾ ਕੇ ਡਿਸਟ੍ਰੀਬਿਊਟ ਕਰ ਰਿਹਾ। ਬਿਲਕੁਲ। ਤੇ ਫਿਰ ਵੀ ਤੁਸੀਂ ਨਜਾਇਜ਼ ਅਸਲੇ ਦੇ ਬਾਰੇ ਤਾਂ ਤੁਸੀਂ ਦੇਖ ਲਓ, ਪਿੰਡ 'ਚ ਤਾਂ ਨਹੀਂ, ਮੈਂ ਕਹੂੰਗਾ ਕਈ ਪਿੰਡਾਂ 'ਚ ਇੱਕ ਦੋ ਨਜਾਇਜ਼ ਅਸਲੇ, ਚਾਰ ਹੋਣਗੇ, ਤਾਂ ਚਾਰ ਅਸਲੇ ਨਜਾਇਜ਼, ਉਹ ਪਿੰਡ 'ਚ ਚਾਰ ਬੰਦਿਆਂ ਤੋਂ ਬਾਅਦ ਪੰਜਵੇਂ ਨੂੰ ਨਹੀਂ ਪਤਾ ਹੁੰਦਾ ਵੀ ਇਹਦੇ ਕੋਲੇ ਅਸਲਾ, ਜਾਂ ਵੱਧ ਤੋਂ ਵੱਧ ਇੱਕ ਦੋ ਥਾਂ ਤੇ ਪਤਾ ਹੋਵੇ ਤਾਂ ਪਤਾ ਹੋਵੇ, ਤਾਂ ਉਹਨੂੰ ਕਿਵੇਂ ਤੁਸੀਂ ਕੰਟਰੋਲ ਕਰ ਲਓਗੇ। ਸੋ ਇਹ ਕੰਟਰੋਲ ਤਾਂ ਹਾਂ, ਜਿਹੜੇ ਨਵੇਂ ਲਾਇਸੈਂਸ ਦੇਣੇ ਆ ਉਹ ਥੋੜੇ ਜਿਹੇ ਸਖਤ ਹੋਣਗੇ, ਉਹਨਾਂ ਦੇ ਵਿੱਚ ਥੋੜੀ ਬਹੁਤ ਜਿਹੜੀ ਉਹਨਾਂ ਦੀ ਘੋਖ ਪੜਤਾਲ ਹੋਊਗੀ। ਜਿਵੇਂ ਪੁਲਿਸ ਰਿਪੋਰਟ ਆ, ਪੁਲਿਸ ਰਿਪੋਰਟ ਹਰ ਚੀਜ਼ 'ਚ ਜ਼ਰੂਰੀ ਆ, ਪਰ ਆਪਣੇ ਸੌਰੀ ਟੂ ਸੇ ਆ ਇਸ ਗੱਲ ਦਾ, ਜੇ ਕਹੀਏ ਤਾਂ ਤੁਸੀਂ ਦੇਖੋਗੇ ਵੀ ਪਹਿਲੀ ਗੱਲ ਪਤਾ ਕੀ ਹੁੰਦੀ ਹੈ ਕਿ ਹੁਣ ਆਪਣਾ ਐਮਐਲਏ ਬਣ ਗਿਆ, ਆਪਣਾ ਮੰਤਰੀ ਬਣ ਗਿਆ, ਹੁਣ ਕਹਿਣਾ ਆਪਾਂ ਅਸਲੇ ਕਢਾਵਾਂਗੇ ਆਪਣੇ ਖਾਸੇ ਸਾਰੇ ਆਪਾਂ ਬਣਾਵਾਂਗੇ ਹੁਣ, ਕਿਉਂਕਿ ਫਿਰ ਉਹਨਾਂ ਦੀ ਪੁਲਿਸ ਥਾਣਿਆਂ ਦੇ ਵਿੱਚੋਂ ਜਿਹੜੀਆਂ ਤਸਦੀਕਾਂ, ਡੀਐਸਪੀ ਦੀਆਂ ਤਸਦੀਕਾਂ, ਉਹ ਟੈਲੀਫੋਨ ਤੇ ਪਰਚੀਆਂ ਤੇ ਹੋਣ ਲੱਗ ਜਾਂਦੀਆਂ। ਮੰਤਰੀ ਦੀ ਐਮਐਲਏ ਦੀ ਪਰਚੀ ਜਾਂਦੀ ਹੈ ਤੇ ਤਸਦੀਕ ਹੋ ਜਾਂਦੀ ਆ ਵੀ ਹਾਂ ਇਹ ਬੰਦਾ ਠੀਕ ਹੈ ਜੀ, ਇਹਨੂੰ ਦੇ ਦਿਓ ਅਸਲਾ। ਸੋ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ, ਹਰ ਲਈ ਕਾਨੂੰਨ ਬਰਾਬਰ ਹੋਣਾ ਚਾਹੀਦਾ। ਜੇ ਹੁਣ ਕਹੀਏ ਵੀ ਮੈਂ ਖਾਸ ਆ ਜਾਂ ਮੇਰੇ ਲਈ ਹੋਵੇ, ਤਾਂ ਉਹ ਚੀਜ਼ ਨਹੀਂ। ਹੁਣ ਆਸਟ੍ਰੇਲੀਆ 'ਚ ਆ ਕੇ ਤੁਸੀਂ ਵੀ ਰਹਿ ਕੇ ਦੇਖਿਆ, ਆਸਟ੍ਰੇਲੀਆ ਦਾ ਇੱਕ ਮਾਹੌਲ ਹੈ ਜਿਹਾ ਵੀ ਉੱਥੇ ਬਸ ਸਿਰਫ ਬਲੈਕ ਐਂਡ ਵਾਈਟ ਪਾਲਿਸੀ ਹੈ, ਤੁਹਾਡਾ ਕੁਝ ਨਹੀਂ ਚੱਲਦਾ। ਹੁਣ ਮੈਂ ਮੈਚ ਵਾਲੇ ਦਿਨ ਨਾ ਬੜੀ ਮੁਸ਼ਕਲ ਨਾਲ ਪਾਰਕਿੰਗ ਦੇ ਲਾਗੇ ਪਹੁੰਚਿਆ, ਤੇ ਜਦੋਂ ਮੈਂ ਪਹੁੰਚਿਆ ਤਾਂ ਮੂਹਰੋਂ ਪਾਰਕਿੰਗ ਬੰਦ ਹੋ ਗਈ। ਜਦੋਂ ਬੰਦ ਹੋ ਗਈ ਤੇ ਮੈਂ ਉਸ ਸਟੇਡੀਅਮ ਦਾ ਮੈਂਬਰ ਆ, ਮੀਆਂ ਦਾ ਮੈਂਬਰ ਆ, ਇੱਕ ਰਜਿਸਟਰਡ ਮੈਂਬਰ ਆ ਮੈਂ, ਤੇ ਮੈਨੂੰ ਲੱਗਿਆ ਸ਼ਾਇਦ ਮੈਂਬਰਸ ਲਈ ਕੋਈ ਹੋਵੇ, ਨਹੀਂ ਤਾਂ ਮੈਂ ਟਰਾਈ ਵੀ ਨਹੀਂ ਕਰਦਾ ਸੀ। ਮੈਂ ਜਦੋਂ ਗੇਟ ਵਾਲੇ ਨੂੰ ਪੁੱਛਿਆ ਨਾ ਵੀ ਫੁੱਲ ਹੋ ਗਈ ਤੇ ਮੈਂ ਮੀਆਂ ਦਾ ਮੈਂਬਰ ਆ, ਮੇਰੇ ਲਈ ਕੁਝ ਹੈ, ਕਹਿੰਦਾ, ਉਹਨੇ ਮੈਨੂੰ ਬੜਾ ਸਿੰਪਲ ਜਿਹਾ ਸ਼ਬਦਾਂ 'ਚ ਕਿਹਾ, ਫੁੱਲ ਮੀਨਸ ਫੁੱਲ, ਈਵਨ ਪ੍ਰੀਮੀਅਰ, ਈਵਨ ਪ੍ਰੈਜ਼ੀਡੈਂਟ, ਈਵਨ ਕੋਈ ਵੀ ਹੈ, ਫੁੱਲ ਮੀਨਸ ਫੁੱਲ। ਜਦੋਂ ਕਹਿੰਦਾ ਜਿਹੜੀ ਚੀਜ਼ ਫੁੱਲ ਆ, ਫੁੱਲ ਆ, ਦੈਟਸ ਇਟ। ਮੈਨੂੰ ਮੁਲਾਜ਼ਮ ਨੇ ਕਹਿ ਕੇ ਸ਼ਾਂਤ ਕਰਤਾ।
ਸੋ ਇਹ ਇਦਾਂ ਹੋਣੀ ਚਾਹੀਦੀ ਹੈ ਪਾਲਿਸੀ ਵੀ ਜੇ ਕਾਨੂੰਨ ਆ, ਤੁਹਾਡਾ ਕਰੈਕਟਰ ਸਹੀ ਨਹੀਂ, ਤੁਹਾਡਾ ਕੋਈ ਵੀ ਚੀਜ਼ ਆ ਜਿੱਥੋਂ ਦੀ ਲੰਘ ਕੇ ਜਾਣਾ, ਉਹ ਐਮਐਲਏ ਮੰਤਰੀਆਂ ਦੀਆਂ ਚਿੱਠੀਆਂ ਨਾਲ ਕਿਉਂ ਹੋਵੇ? ਉਹ ਜੇ ਉਹ ਸਹੀ ਆ ਤੁਹਾਨੂੰ ਸਹੀ ਹੋਵੇ, ਗਲਤ ਆ ਤਾਂ ਗਲਤ ਹੋਵੇ। ਬਰਾੜ ਸਾਹਿਬ, ਇਸੇ ਦਾ ਜਿਹੜਾ ਦੂਜਾ ਪੱਖ ਹੈ, ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਭੜਕਾਊ ਗੀਤ ਨੇ ਉਹਨਾਂ ਗੀਤਾਂ ਦੇ ਉੱਪਰ ਵੀ ਰੋਕ ਲਗਾਈ ਜਾ ਰਹੀ ਹੈ। ਮਾਨ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਭੜਕਾਊ ਭਾਸ਼ਣ ਦਿੰਦੇ ਨੇ ਜਾਂ ਅਸਲੇ ਨੂੰ ਲੈ ਕੇ ਗੀਤ ਗਾਉਂਦੇ ਨੇ ਜਾਂ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਸ਼ਬਦ ਆ ਉਹ ਵਰਤੇ ਜਾਂਦੇ ਆ, ਚਾਹੇ ਉਹ ਭਾਸ਼ਣਾਂ 'ਚ ਹੋਣ ਚਾਹੇ ਉਹ ਗੀਤਾਂ ਦੇ ਵਿੱਚ ਹੋਣ, ਉਹਨਾਂ ਤੇ ਵੀ ਲਗਾਮ ਕੱਸਣ ਦੀ ਗੱਲ ਕਰੀ ਜਾ ਰਹੀ ਹੈ, ਕਹੀ ਜਾ ਰਹੀ ਹੈ। ਤੇ ਸਾਰਾ ਕੁਝ ਇਕੱਠਾ ਅੱਜ ਹੀ ਕਿਉਂ ਹੋ ਰਿਹਾ, ਇਹਦੇ ਤੇ ਵੀ ਸਵਾਲ ਖੜੇ ਹੁੰਦੇ ਆ, ਕਿਉਂਕਿ ਗੀਤ ਤਾਂ ਬਹੁਤ ਪੁਰਾਣੇ ਚੱਲ ਰਹੇ ਆ। ਭਗਵੰਤ ਮਾਨ ਹੋਰੀ ਖੁਦ ਕਲਾਕਾਰ ਨੇ, ਉਹਨਾਂ ਦੇ ਚਾਹੇ ਗੀਤ ਕਾਮੇਡੀ ਸੀ ਜਾਂ ਉਹਨਾਂ ਨੇ ਹੁਣ ਤੱਕ ਕਾਮੇਡੀ ਕੀਤੀ ਆ, ਪਰ ਉਹਨਾਂ ਨੂੰ ਉਦੋਂ ਤੋਂ ਹੀ ਪਤਾ ਕਿ ਇਸ ਤਰ੍ਹਾਂ ਦੀ ਗਾਇਕੀ ਦਾ ਪ੍ਰਚਲਨ ਹੈ, ਇਸ ਤਰ੍ਹਾਂ ਦੇ ਗੀਤ ਜਿਹੜੇ ਚੱਲ ਰਹੇ ਨੇ, ਤੇ ਹੁਣ ਰੋਕ ਦਾ ਕੀ ਕਾਰਨ ਸਮਝਦੇ ਹੋ? ਦੇਖੋ ਹੁਣ ਤਾਂ ਸਿੰਪਲ ਹੀ ਹੈ, ਇੱਕ ਸ਼ਬਦ ਚ ਕਹੀਏ ਸਿੱਧੀ ਗੱਲ ਤਾਂ ਇਹ ਹੈ ਜੀ, ਸਪਸ਼ਟਵਾਦੀ ਦਾ ਵੀ ਅੰਮ੍ਰਿਤਪਾਲ ਹੋਰਾਂ ਦੀ ਜਿਹੜੀ ਬੇਬਾਕੀ ਨਾਲ ਬੋਲਣ ਦਾ ਜਿਹੜਾ ਚੱਲ ਰਿਹਾ ਅੱਜ ਕੱਲ ਦੌਰ, ਉਹਨੂੰ ਸਿੱਧਾ ਹੱਥ ਪਾ ਕੇ ਪਾਉਂਦੀ ਆ ਸਰਕਾਰ। ਤਾਂ ਸਰਕਾਰ ਜਿਹੜੀ ਉਹਦੇ ਚ ਉਲਝਦੀ ਆ, ਤੇ ਵਿਰੋਧੀ ਪਾਰਟੀਆਂ ਉਸ ਚੀਜ਼ ਨੂੰ ਪਹਿਲਾਂ ਹੀ ਦੇਖ ਚੁੱਕੀਆਂ, ਬੀਜੇਪੀ ਦੇਖ ਚੁੱਕੀ ਆ, ਉਹ ਚਾਹੁੰਦੀ ਆ ਵੀ ਇਹ ਸਿੱਧੇ ਉਲਝਣ, ਉਹ ਸਿੱਧੇ ਉਲਝ ਨਹੀਂ ਰਹੇ, ਇਨਡਾਇਰੈਕਟਲੀ ਇਹ ਗੱਲਾਂ ਹੋ ਰਹੀਆਂ। ਜਿਹੜਾ ਹਥਿਆਰਾਂ ਦੀ ਗੱਲ ਆਉਂਦੀ ਆ, ਹਥਿਆਰਾਂ ਦੇ ਉੱਤੇ ਤਾਂ ਬਹੁਤ ਪਹਿਲਾਂ ਵੀ ਇਹ ਚੀਜ਼ਾਂ ਬਣ ਚੁੱਕੀਆਂ, ਬਹੁਤ ਕਮੇਟੀਆਂ ਬਣ ਚੁੱਕੀਆਂ। ਇਹ ਸਰਕਾਰ ਦੇ ਆਉਣ ਸਾਰ ਵੀ ਇੱਕ ਦੋ ਚੱਲੇ ਸੀਗੇ ਇਸ ਚੀਜ਼ ਦੀਆਂ ਗੱਲਾਂ ਵੀ ਭਾਈ ਕੋਈ ਵੀ ਗਾਣੇ ਲਈ ਸੈਂਸਰ ਹੋਣਾ ਚਾਹੀਦਾ, ਤੇ ਅਸੀਂ ਬਹੁਤ ਪਹਿਲਾਂ ਜਦੋਂ ਇਹ ਗੱਲਾਂ ਕਹੀਆਂ ਸੀ ਜਾਂ ਬੋਲੀਆਂ ਸਨ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਤੇ ਉਦੋਂ ਕਹਿੰਦੇ ਸੀ ਕਿ ਗਾਣੇ ਕੋਈ ਆਮ ਸੱਭਿਆਚਾਰ ਤੇ ਅਸਰ ਨਹੀਂ ਪਾਉਂਦੇ, ਤਾਂ ਇੱਕ ਮਨੋਰੰਜਨ ਦਾ ਸਾਧਨ ਹੁੰਦਾ, ਉਦੋਂ ਐਂ ਕਹਿ ਦਿੰਦੇ ਸੀ। ਸੋ ਅੱਗੇ ਆਪਾਂ ਅੰਮ੍ਰਿਤਪਾਲ ਦੀ ਤੁਸੀਂ ਗੱਲ ਕੀਤੀ ਹੈ, ਜੇ ਅੰਮ੍ਰਿਤਪਾਲ ਦੀ ਹੀ ਗੱਲ ਕਰੀਏ ਤਾਂ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਜੇਲ੍ਹ ਚੋਂ ਹੁਣੇ ਹੀ ਬਾਹਰ ਆਏ ਨੇ, ਤਾਂ ਉਹਨਾਂ ਵੱਲੋਂ ਵੀ ਕਾਫੀ ਸਖਤ ਬਿਆਨਬਾਜ਼ੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪੰਜਾਬ ਨੂੰ ਲੈ ਕੇ, ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਨੂੰ ਲੈ ਕੇ। ਬਿਆਨ ਤੁਸੀਂ ਵੀ ਸੁਣਿਆ, ਮੈਨੂੰ ਲੱਗਦਾ ਦਰਸ਼ਕਾਂ ਨੇ ਵੀ ਉਹ ਬਿਆਨ ਸੁਣਿਆ ਹੋਊਗਾ। ਇਸ ਬਿਆਨ ਦੇ ਉੱਪਰ ਤੁਹਾਡੀ ਕੀ ਟਿੱਪਣੀ ਹੋਏਗੀ ਬਰਾੜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ ਮਜੀਠੀਆ ਸਾਹਿਬ ਲੰਮਾ ਟਾਈਮ ਸਰਕਾਰ 'ਚ ਮੰਤਰੀ ਰਹੇ, ਲੰਮਾ ਟਾਈਮ ਉਹਨਾਂ ਦੀ ਚੌਧਰ ਰਹੀ, ਤੇ ਮੰਤਰੀ ਵੀ ਡੂੰਘੇ ਰਹੇ ਵੀ, ਜਾਣੀ ਕਿ ਉਹਨਾਂ ਦਾ ਡੂੰਘਾ ਹੱਥ ਸੀਗਾ, ਕੁਝ ਵੀ ਇੱਕ ਪਰਿਵਾਰਕ ਉਹਨਾਂ ਦਾ ਰਾਜ ਸੀ, ਮੈਂ ਤਾਂ ਇਹ ਕਹੂੰਗਾ। ਤਾਂ ਪਰਿਵਾਰਕ ਰਾਜ ਹੁੰਦੇ ਹੋਏ ਜਦੋਂ ਉਹ ਨਹੀਂ ਕਦੋਂ ਨਹੀਂ ਬੋਲੇ, ਜਦੋਂ ਲੋੜ ਸੀ ਉਦੋਂ ਕੋਈ ਲੈਕਚਰ ਨਹੀਂ ਆਇਆ, ਕੋਈ ਕਿਸੇ ਨੂੰ ਉਹਨਾਂ ਨੇ ਕਿਸੇ ਦਾ ਜ਼ਿਕਰ ਤੱਕ ਨਹੀਂ ਕੀਤਾ। ਤੇ ਹੁਣ ਜਦੋਂ ਸਰਕਾਰ ਤੋਂ ਬਾਹਰ ਆ ਗਏ ਤਾਂ ਹੁਣ ਉਹਨਾਂ ਨੂੰ ਦੇਖਣ ਲੱਗ ਗਿਆ ਵੀ ਤੱਤਾ ਬੋਲੋ, ਤੇ ਤੱਤਾ ਬੋਲਣ ਵਾਲੇ ਦੇ ਮਗਰ ਲੋਕ ਲੱਗਦੇ ਆ। ਹੁਣ ਉਸ ਪਾਲਿਸੀ ਦੇ ਤਹਿਤ ਜਾ ਰਹੇ ਆ। ਹੁਣ ਪਰੋਲ ਦੇ ਮਾਮਲੇ 'ਚ ਜੇ ਬਾਬੇ ਦੀ ਪਰੋਲ ਦੇ ਮਾਮਲੇ 'ਚ ਵੀ ਬੋਲੇ ਆ ਜਾਂ ਹੋਰ ਵੀ ਕਿਸੇ ਗੱਲਾਂ 'ਚ ਕਹੇ ਆ, ਤਾਂ ਉਹਦੇ ਸਭ ਤੋਂ ਪਹਿਲਾਂ ਤਾਂ ਸਵਾਲ ਆਪਦੇ ਤੇ ਉੱਤੇ ਆ ਜਾਂਦਾ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਕੇਸ ਆ ਉਹ ਸੰਗੀਨ ਕੇਸ ਆ, ਤੇ ਉਹ ਕਿਹੜੇ ਢੰਗ ਨਾਲ ਲੈ ਕੇ ਆ ਗਏ, ਜਿਹੜੀ ਆਪਦੀ ਬਾਹਰ ਜਿਹੜੀ ਉਹਨਾਂ ਨੂੰ ਜ਼ਮਾਨਤ ਕਿਹੜੇ ਢੰਗ ਨਾਲ ਮਿਲ ਗਈ। ਸੋ ਇਹ ਕੁਛ ਨਹੀਂ ਹੈ, ਸਿਆਸੀ ਦਾਅ ਪੇਚ ਆ। ਸਿਆਸੀ ਦਾਅ ਪੇਚ ਹਰੇਕ ਬੰਦਾ ਆਪਦਾ ਵਰਤਦਾ, ਜਦੋਂ ਹੁੰਦਾ ਪਾਵਰ 'ਚ ਉਦੋਂ ਗੱਲਾਂ ਹੋਰ ਹੁੰਦੀਆਂ। ਹੁਣ ਭਗਵੰਤ ਮਾਨ ਹੋਰਾਂ ਦੀ ਜੇ ਗੱਲ ਕਰੀਏ ਤਾਂ ਭਗਵੰਤ ਮਾਨ ਹੋਰਾਂ ਦੇ ਮੈਂ 50 ਇਹੋ ਜਿਹੇ ਬਿਆਨ ਲਿਆ ਦਿੰਦਾ ਜਿਹੜੇ ਅੱਜ ਦੇ ਬਿਆਨਾਂ ਨੂੰ ਕੰਟਰਾਡਿਕਟਰੀ ਇੱਕ ਦੂਜੇ ਨੂੰ ਕਰਨਗੇ। ਜਦੋਂ ਉਹ ਨਹੀਂ ਪਾਵਰ ਸੀ ਉਦੋਂ ਉਹਨਾਂ ਦੀ ਜਿਹੜੀ ਬੇਬਾਕੀ ਹੁੰਦੀ ਸੀ ਜਾਂ ਹੋਰ ਗੱਲਾਂ ਹੁੰਦੀਆਂ ਸੀ, ਜਦੋਂ ਕੁਰਸੀ ਦਾ ਦਾਇਰਾ ਆ ਜਾਂਦਾ ਜਾਂ ਕੁਰਸੀ ਤੇ ਬਹਿ ਜਾਂਦਾ ਬੰਦਾ, ਉਦੋਂ ਹੋਰ ਗੱਲਾਂ ਹੋ ਜਾਂਦੀਆਂ। ਸੋ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ, ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਤੁਸੀਂ ਬੜਾ ਖੁੱਲ੍ਹ ਕੇ ਆਪਣੇ ਵਿਚਾਰ ਦਿੱਤੇ ਨੇ, ਇਹਨਾਂ ਦੀ ਸਮੀਖਿਆ ਕੀਤੀ ਆ। ਅਗਲੇ ਹਫਤੇ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਤੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਕੁਝ ਨਵੀਆਂ ਖਬਰਾਂ ਲੈ ਕੇ, ਕੁਝ ਨਵੇਂ ਵਿਸ਼ੇ ਲੈ ਕੇ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ।